देखो इस समय आम आदमी पार्टी ਨੂੰ ਲੈ ਕੇ ਉਹ ਇਹ ਕਹਿ ਰਹੇ ਨੇ ਕਿ ਜ਼ਰੂਰਤ ਹੈ ਕਿ ਦੋਵੇਂ ਸਟੇਟ ਤੇ ਸੈਂਟਰ ਜਿਹੜੀਆਂ ਗਵਰਨਮੈਂਟਸ ਨੇ ਉਹਨਾਂ 'ਚ ਤਾਲਮੇਲ ਹੋਵੇ। ਉਹਨਾਂ 'ਚ ਤਾਲਮੇਲ ਹੋਏਗਾ ਤੇ ਪੁਲਿਸ ਤੇ ਫਿਰ ਜਿਹੜੀਆਂ ਸੁਰੱਖਿਆ ਏਜੰਸੀਆਂ ਜਾਂ ਬੀਐਸਐਫ ਉੱਥੇ ਲੱਗੀ ਹੋਈ ਹੈ ਉਹਨਾਂ ਦੇ ਵਿੱਚ ਹੋਏਗਾ ਤੇ ਕਿਤੇ ਨਾ ਕਿਤੇ ਉਹ ਜਿਹੜਾ ਗੈਪ ਹੈ ਉਹ ਨਤੀਜਾ ਇਹ ਹੈ ਕਿ ਨੁਕਸਾਨ ਝੱਲਣਾ ਪੈ ਰਿਹਾ ਹੈ। गौरव जी देखो बिल्कुल इस गल नाल मैं सहमत हाँ कि जिन्ने भी पक्ष देश में हैगे हैं, चाहे वो बीएसएफ है या इंटैलीजेंस एजेंसीज है या लोकल लोग हैगे हैं या लोकल पुलिस हैगी है जी, उन्हां सारियां दे विच कोआर्डिनेशन जिहड़ा बहुत जरूरी हैगा जी, और उसी दे सिर ते ये जिहड़ी लड़ाई है वो जित्ती जा सकदी है। पर जिहड़ी कोर जिम्मेवारी है उस तो जयवंश जी मेरे सीनियर ने बड़े सत्कारत ने वो अपना पल्ला झाड़ते नजर आ रहे हैं। कोर जिम्मेवारी जिहड़ी है उस तो कोई भी फोर्स या कोई भी एजेंसी अपना पल्ला नहीं छुड़ा सकती। जे बीएसएफ की जिम्मेवारी है और सेंट्रल इंटैलीजेंस एजेंसी की जिम्मेवारी है या जिहड़े फोन टैपिंग वगैरह करते हैं उन्हां दी जिम्मेवारी है तो है, उस विच लोग कुछ नहीं कर सकते, उस विच स्टेट पुलिस कुछ नहीं कर सकती। ते नाल देखो एक कोऑपरेशन वाला जिहड़ा एटीट्यूड है वो डिफरेंट हुंदा है। ਇੱਥੇ ਆ ਕੇ ਨੱਡਾ ਸਾਹਿਬ ਕਹਿੰਦੇ ਨੇ ਕਿ ਜੀ ਬੜੀ ਛੇਤੀ ਸਾਡੀ ਸਰਕਾਰ ਇੱਥੇ ਹੋਵੇਗੀ। ਇਹ ਜਿਹੜਾ ਉਹਨਾਂ ਦਾ ਬਿਆਨ ਸੀਗਾ ਬੜੇ ਹਾਸੋਹੀਣਾ ਲੱਗਦਾ ਹੈ, ਇੱਕ ਮੁੰਗੇਰੀ ਲਾਲ ਦੇ ਹਸੀਨ ਸੁਪਨਿਆਂ ਵਰਗਾ ਕਿ ਜਿਹੜੀ ਪਾਰਟੀ ਨੂੰ 2 ਸੀਟਾਂ 117 ਚ ਮਿਲੀਆਂ ਹੋਣ ਤੇ ਜਿਹੜਾ ਕਿ 2% ਵੀ ਨਹੀਂ ਬਣਦਾ ਉਹ ਆ ਕੇ ਇਹੋ ਜਿਹੇ ਬਿਆਨ ਦੇਣ। ਔਰ ਇਹ ਐਟੀਟਿਊਡ ਤੁਹਾਨੂੰ ਲੱਗਦਾ ਕਿ ਵੀ ਕੋਆਪਰੇਟ ਕਰਨ ਦਾ ਐਟੀਟਿਊਡ ਹੈਗਾ? ਯਾਨੀ ਕਿ ਉਹ ਤੁਸੀਂ ਦੋਵੇਂ ਗੱਲਾਂ ਨੂੰ ਰਿਲੇਟ ਕਰ ਰਹੇ ਹੋ कि ड्रोन वाली हलचल ते उस तो बाद सरकार ਨੂੰ ਲੈ ਕੇ ਦਿੱਤੀ ਗਈ ਸਟੇਟਮੈਂਟ। देखो बीजेपी ਦਾ ਐਟੀਟਿਊਡ ਕੋਆਪਰੇਟ ਕਰਨ ਦਾ ਨਹੀਂ ਹੈਗਾ। ਜੇ ਉਹਨਾਂ ਦਾ ਐਟੀਟਿਊਡ ਕੋਆਪਰੇਟ ਕਰਨ ਦਾ ਹੁੰਦਾ ਤਾਂ ਇਹੋ ਜੀ ਗੈਰ ਜ਼ਿੰਮੇਵਾਰਾਨਾ ਜਿਹੜਾ ਬਿਆਨ ਹੈਗਾ ਉਹ ਜੇਪੀ ਨੱਡਾ ਜੀ ਨਹੀਂ ਦਿੰਦੇ। ਨਹੀਂ, ਕਿਹੜੇ ਬਿਆਨ ਦੇ ਉੱਤੇ ਇਤਰਾਜ਼ ਹੈ ਸਰ? ਕਿਹੜੇ ਬਿਆਨ ਦੇ ਉੱਤੇ? ਸਰਕਾਰ ਬਣਾਉਣ ਵਾਲੇ ਜਿਹੜਾ ਉਹ ਕਹਿ ਕੇ ਗਏ हाँ सरकार बनाने वाले कि जी साडे बड़ी छेती इत्थे साडी सरकार होएगी, दसो किस बेस ते होएगी? पंजाब दे लोग तुहानू नकार चुके हैं जो तुसी चलो मैं होर थोड़ा जिहा फिल्टर कर देना क्योंकि नहीं एक सेकंड मल्होत्रा जी तुसी ये कह रहे हो कि जेपी नड्डा दी स्टेटमेंट ये इशारा कर रही है कि नेक्स्ट इलेक्शन तो पहला सरकार होएगी, यानी कि मेरे कहने का मतलब ये है कि केंद्र सरकार का एटीट्यूड कोऑपरेशन वाला नहीं है। ठीक है जयवंश ये उन्होंने एटीट्यूड ठीक है सर ਆਪਾਂ ਜਵਾਬ ਲਈਏ ਇਸ ਦਾ ਕਿਉਂਕਿ ਦੇਖੋ ਪੋਲਿਟਿਸਾਈਜ਼ ਤਾਂ ਮੁੱਦੇ ਹੁੰਦੇ ਹੀ ਹੈ ਕਿ ਇਹ ਇਸ਼ੂ ਐਸਾ ਕਿ ਜਦੋਂ ਦੇਸ਼ ਦੀ ਸੁਰੱਖਿਆ ਦਾ ਹੋਵੇ ਤਾਂ ਆਮ ਤੌਰ ਤੇ ਆਪਾਂ ਸਿਆਸੀ ਬਿਆਨਬਾਜ਼ੀਆਂ ਤੋਂ ਗੁਰੇਜ਼ ਕਰਦੇ ਹਾਂ, ਪਰ ਕਿਤੇ ਨਾ ਕਿਤੇ ਜਾ ਕੇ ਫਿਰ ਸਿਆਸਤ ਔਰ ਪੋਲਿਟਿਸਾਈਜ਼ ਜ਼ਰੂਰ ਮੁੱਦਾ ਹੋ ਜਾਂਦਾ ਹੈ। ਜयवंश ਜੀ ਜਿਹੜੀਆਂ ਸਟੇਟਮੈਂਟਸ ਨੇ ਹੁਣ ਗੱਲ ਤਾਂ ਹੋਈ ਹੈ, ਤੁਸੀਂ ਤਾਲਮੇਲ ਦਾ ਜ਼ਿਕਰ ਕਰ ਰਹੇ ਹੋ, ਪਰ ਆਮ ਆਦਮੀ ਪਾਰਟੀ ਕਹਿ ਰਹੀ ਹੈ ਕਿ ਬੀਜੇਪੀ ਉਸ ਰੋਂ ਦੇ ਵਿੱਚ ਹੈ ਹੀ ਨਹੀਂ ਕਿ ਤਾਲਮੇਲ ਵਧੀਆ ਕਰਨ ਦੀ ਕੋਈ ਕੋਸ਼ਿਸ਼ ਕਰ ਰਹੀ ਹੈ। ਬਿਲਕੁਲ ਜੀ, ਪਹਿਲੀ ਗੱਲ ਤੇ ਮਲਹੋਤਰਾ ਸਾਹਿਬ ਨੇ ਜਿਹੜਾ ਕਿਹਾ ਸੀ ਕੋਰ ਜ਼ਿੰਮੇਵਾਰੀ, ਜਿਹੜੀ ਕੋਰ ਜ਼ਿੰਮੇਵਾਰੀ ਹੈ ਉਹ ਕਿਸੇ ਦੀ ਨਹੀਂ ਹੁੰਦੀ, ਇਹ ਸਾਰਿਆਂ ਦੀ ਕਲੈਕਟਿਵ ਜ਼ਿੰਮੇਵਾਰੀ ਹੁੰਦੀ ਹੈ ਕਿਉਂਕਿ ਸਾਰੀਆਂ ਆਪਣੇ ਆਪ ਦੇ ਵਿੱਚ ਆਰਗੇਨਾਈਜੇਸ਼ਨ ਸક્ષਮ ਹੁੰਦੀਆਂ ਨੇ। ਪਲੀਜ਼ ਟੈਲ ਹਿਮ, ਮੈਨੂੰ ਕਹਿ ਲੈਣ ਦਿਓ ਜੋ ਕਰ ਸਾਰੀਆਂ ਸક્ષਮ ਹੁੰਦੀਆਂ ਨੇ। ਹਾਂ ਜਿਹੜੀ ਆਰਮੀ ਹੈ ਉਹ ਸਾਰਿਆਂ ਤੋਂ ਸੀਨੀਅਰ ਹੁੰਦੀ ਹੈ, JNK ਦੇ ਵਿੱਚ ਵੀ ਸੀਨੀਅਰ ਹੈਗੀ ਹੈ। ਸੈਂਟਰਲ ਮਿਲਟਰੀ ਫੋਰਸਿਸ ਜਿਹੜੀਆਂ ਨੇ ਉਹ ਸੀਨੀਅਰ ਨਹੀਂ ਹੁੰਦੀਆਂ ਪੁਲਿਸ ਕੋਲੋਂ ਕਿਤੇ ਵੀ ਜਿੱਥੇ ਉਹ ਡਿਪਲੋਇਡ ਹੁੰਦੀਆਂ ਨੇ, ਤੇ ਅਗਰ ਜ਼ਿਆਦਾ ਹੀ ਗੱਲ ਹੋਈ ਤੇ ਫਿਰ ਆਰਮੀ ਨੂੰ ਡਿਪਲੋਏ ਕਰਨਾ ਪਏਗਾ ਜੋ ਕਿ ਹੋਣਾ ਨਹੀਂ ਚਾਹੀਦਾ। ਮੈਨੂੰ ਖਤਮ ਕਰ ਲੈਣ ਦਿਓ। ਤੇ ਦੂਸਰੀ ਗੱਲ ਹੈ ਜਿਹੜੇ ਦੇਖੋ ਜੀ ਜੋ ਨੱਡਾ ਸਾਹਿਬ ਨੇ ਕਿਹਾ ਉਹਨਾਂ ਦੀ ਇੱਕ ਪੋਲੀਟੀਕਲ ਅਸੈਸਮੈਂਟ ਹੈ, ਉਹ ਪੋਲੀਟੀਕਲ ਇਸ਼ੂਜ਼ ਦੇ ਉੱਤੇ ਅਸੈਸਮੈਂਟ ਬੇਸਡ ਹੈ। ਉਹ ਇੱਕ ਬੜੇ ਜ਼ਿੰਮੇਵਾਰ ਦੁਨੀਆ ਦੀ ਸਭ ਤੋਂ ਵੱਡੀ ਪੋਲੀਟੀਕਲ ਪਾਰਟੀ ਦੇ ਪ੍ਰੈਜ਼ੀਡੈਂਟ ਨੇ ਤੇ ਉਹਨਾਂ ਨੇ ਕੁਝ ਸੋਚ ਕੇ ਹੀ ਕਿਹਾ ਹੋਏਗਾ, ਪਰ ਇਸ ਗੱਲ ਦਾ ਪੰਜਾਬ ਦੀ ਸਿਕਿਉਰਿਟੀ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ, ਕੋਈ ਮਤਲਬ ਨਹੀਂ ਹੈ। ਇਹ ਪੋਲਿਟਿਕਸ ਨੇ ਉੱਥੋਂ ਦੇ, ਇਹ ਉੱਥੋਂ ਦੀ ਪੋਲੀਟੀਕਲ এনवायरमेंट ਦੇ ਉੱਤੇ ਇੱਕ ਟਿੱਪਣੀ ਹੈ ਤੇ ਇਹਨੂੰ ਸਿਕਿਉਰਿਟੀ ਦੇ ਨਾਲ ਜੋੜਨਾ ਜਿਹੜਾ ਸਪੈਸ਼ਲੀ ਮਲਹੋਤਰਾ ਸਾਹਿਬ ਜੋ ਕਿ ਸੋਲਜਰ ਹੋ ਕੇ ਜੋੜਦੇ ਮੈਨੂੰ ਠੀਕ ਨਹੀਂ ਲੱਗਦੇ। ਨਹੀਂ ਮੈਂ ਕੋਰ ਵਾਲੇ ਇਹ ਹੈਗਾ ਕਿ ਬੀਜੇਪੀ ਕੋਆਪਰੇਟ ਨਹੀਂ ਕਰਦੀ। ਇੱਕ ਸੈਕਿੰਡ ਗੌਰਵ ਜੀ ਪਲੀਜ਼ ਕੰਪਲੀਟ ਕਰ ਲਓ ਸਰ। ਜਦੋਂ ਕੈਪਟਨ ਅਮਰਿੰਦਰ ਸੀਗਾ ਤੇ ਕਿੰਨਾ ਕੁ ਜ਼ਿਆਦਾ ਕੈਪਟਨ ਅਮਰਿੰਦਰ ਨੇ ਸਾਡੇ ਅਗੇਂਸਟ ਬੋਲਿਆ ਸੀਗਾ ਡਿਊਰਿੰਗ ਦਾ ਕਿਸਾਨ ਅੰਦੋਲਨ, ਤੇ ਐਡਾ ਮਤਲਬ ਸਾਡੀ ਤੁਹਾਨੂੰ ਪਤਾ ਹੀ ਹੈ, ਮੈਂ ਉਸ ਚੀਜ਼ ਦੇ ਵਿੱਚ ਜਾਵਾਂਗਾ ਨਹੀਂ ਕਿ ਕਿਹੜੇ ਤਰੀਕੇ ਨਾਲ ਹੋਇਆ ਸੀਗਾ, ਪਰ ਉਸ ਵੇਲੇ ਵੀ ਜਦੋਂ ਡਰੋਨ ਆਉਂਦੇ ਸੀ, ਡਰੱਗਸ ਆਉਂਦੇ ਸੀਗੇ, ਕੈਪਟਨ ਅਮਰਿੰਦਰ ਨੇ ਇੱਕ ਵਾਰ ਕਦੀ ਇਹ ਨਹੀਂ ਕਿਹਾ ਕਿ ਮੈਨੂੰ ਕੋਆਪਰੇਸ਼ਨ ਨਹੀਂ ਮਿਲ ਰਹੀ ਸੈਂਟਰ ਤੋਂ ਟੂ ਡੀਲ ਵਿਦ ਦ ਡਰੋਨਸ ਔਰ ਡੀਲ ਵਿਦ ਦ ਡਰੱਗਸ ਐਂਡ ਡੀਲ ਵਿਦ ਪਾਕਿਸਤਾਨ। ਉਹਨੇ ਇੱਕ ਵਾਰ ਅਗਰ ਉਹਨੇ ਐਸਾ ਕਹਿਤਾ ਹੋਏ ਤਾਂ ਮੈਨੂੰ ਦੱਸ ਦਿਓ। ਨਹੀਂ ਜयवंश ਜੀ ਮਤਲਬ ਉਹਨਾਂ ਨੇ ਮੈਂ ਤੁਹਾਨੂੰ ਮਾਫੀ ਚਾਹਨਾ ਵਿਚਾਲੇ ਰੋਕ ਰਿਹਾ। ਕਾਂਗਰਸ ਇਸ ਸਮੇਂ ਇਲਜ਼ਾਮ ਪਤਾ ਕੀ ਲਗਾਉਂਦੇ ਨੇ, ਅੱਜ ਕਾਂਗਰਸ ਦਾ ਨੁਮਾਇੰਦਾ ਆਪਣੇ ਨਾਲ ਕੋਈ ਡਿਬੇਟ ਦੇ ਵਿੱਚ ਨਹੀਂ ਹੈ, ਪਰ ਕਾਂਗਰਸ ਤਾਂ ਇਲਜ਼ਾਮ ਇਹ ਲਗਾਉਂਦੀ ਹੈ ਕਿ 4.5 ਸਾਲ ਕੈਪਟਨ ਅਮਰਿੰਦਰ ਸਿੰਘ ਬੀਜੇਪੀ ਦੇ ਇਸ਼ਾਰਿਆਂ ਦੇ ਉੱਤੇ ਸਰਕਾਰ ਚਲਾਉਂਦੇ ਰਹੇ।
ਇਹੋ ਹੀ ਤੇ ਗੱਲ ਹੈ ਨਾ ਗੌਰਵ ਜੀ, ਦੇਖੋ ਉਹਨਾਂ ਨੇ ਬਾਅਦ ਦੇ ਵਿੱਚ ਪੋਲਿਟਿਕਸ ਖੇਲ ਲਏ। ਕੈਪਟਨ ਅਮਰਿੰਦਰ ਜੋ ਹੈ ਉਹ ਬਹੁਤ ਹੀ ਇੱਕ ਲਾਇਲ ਕਾਂਗਰਸਮੈਨ ਸੀਗਾ। ਉਹ ਸਮਝਦਾ ਸੀਗਾ ਕਿ ਇੱਕ ਬਾਰਡਰ ਸਟੇਟ ਨੂੰ ਸੰਭਾਲਣ ਵਾਸਤੇ ਸੈਂਟਰ ਦੇ ਨਾਲ ਕੋਆਪਰੇਸ਼ਨ ਕਰਨੀ ਕਿੰਨੀ ਕੁ ਜ਼ਰੂਰੀ ਹੁੰਦੀ ਹੈ, ਕੋਈ ਇਸ਼ਾਰੇ ਦੀ ਗੱਲ ਨਹੀਂ ਹੁੰਦੀ ਹੈ। ਇਦਾਂ ਤੇ ਮਤਲਬ ਜੋ ਸੈਂਟਰਲ ਗਵਰਨਮੈਂਟ ਤੇ ਹਮੇਸ਼ਾ ਸਟਰੋਂਗ ਹੁੰਦੀ ਹੈ, ਉਹਨਾਂ ਨੇ ਕੈਪਟਨ ਅਮਰਿੰਦਰ ਨੂੰ ਉਤਾਰਨਾ ਸੀਗਾ ਤੇ ਇਹ ਉਹਨਾਂ ਨੇ ਬਹਾਨਾ ਬਣਾ ਲਿਆ। ਪਰ ਮੈਂ ਐਜ਼ ਅ ਸਿਕਿਉਰਿਟੀ ਐਨਾਲਿਸਟ ਇਹ ਸਮਝਦਾ ਕਿ ਉਸ ਵੇਲੇ ਜਿਹੜੇ ਤਰੀਕੇ ਦੀ ਕੋਆਪਰੇਸ਼ਨ ਸੀਗੀ ਸਿਕਿਉਰਿਟੀ ਦੇ ਵਾਸਤੇ, ਉਹ ਬਹੁਤ ਹੀ ਵਧੀਆ ਕੋਆਪਰੇਸ਼ਨ ਸੀ ਤੇ ਕੈਪਟਨ ਅਮਰਿੰਦਰ ਸਮਝਦੇ ਸੀਗੇ ਕਿ ਉਹਨਾਂ ਨੂੰ ਸੈਂਟਰ ਦੇ ਨਾਲ ਕੰਮ ਕਰਨਾ ਬਹੁਤ ਜ਼ਰੂਰੀ ਹੈ। ਤੇ ਮੈਂ ਚਾਹਨਾ ਕਿ ਆਮ ਆਦਮੀ ਪਾਰਟੀ ਵੀ ਉਸ ਤਰੀਕੇ ਨਾਲ ਸਿਕਿਉਰਿਟੀ ਦੇ ਮਾਮਲੇ ਦੇ ਵਿੱਚ ਬਾਰਡਰ ਸਟੇਟ ਦੇ ਵਿੱਚ ਸੈਂਟਰ ਦੇ ਨਾਲ ਕੋਆਪਰੇਟ ਕਰੇ। ਚਲੋ ਸਰ, ਮੇਰਾ ਇੱਕ ਹੋਰ ਛੋਟਾ ਜਿਹਾ ਸਵਾਲ ਹੈ, ਮੈਂ ਉਸ ਤੋਂ ਬਾਅਦ ਮਲਹੋਤਰਾ ਸਾਹਿਬ ਕੋਲ ਜਾਣਾ। ਮੈਂ ਜਿਹੜੀ ਤੁਸੀਂ ਕਹਿ ਰਹੇ ਹੋ ਕਿ ਕੋਰਟ ਜ਼ਿੰਮੇਵਾਰੀ ਕਿਸ ਦੀ ਬਣਦੀ ਹੈ, ਕਿ ਜੇਕਰ ਕਿਸੇ ਨੂੰ ਜ਼ਿੰਮੇਵਾਰੀ ਫਰੰਟ ਲਾਈਨ ਬਣਾ ਕੇ ਦਿੱਤੀ ਗਈ ਔਰ 50 ਕਿਲੋਮੀਟਰ ਦਾ ਬਾਰਡਰ ਤੋਂ ਏਰੀਆ ਦਿੱਤਾ ਗਿਆ ਹੈ, ਤਾਂ ਫਿਰ ਉਹ ਕੋਰਟ ਜ਼ਿੰਮੇਵਾਰੀ ਤੋਂ ਕਿਵੇਂ ਪੱਲਾ ਝਾੜ ਸਕਦਾ ਹੈ? ਕਿ ਜੇ BSF ਦੇ ਕੋਲ 50 ਕਿਲੋਮੀਟਰ ਬਾਰਡਰ ਦੇ ਉੱਤੇ ਇਲਾਕਾ ਹੈ ਤਾਂ ਫਿਰ ਜ਼ਿੰਮੇਵਾਰੀ ਉਹਨਾਂ ਦੀ ਨਹੀਂ ਬਣੇਗੀ? ਤੁਹਾਨੂੰ ਨਹੀਂ ਲੱਗਦਾ ਕਿ ਜੇ ਡਰੋਨ ਦੇ ਜ਼ਰੀਏ ਨਸ਼ਾ ਆ ਗਿਆ ਜਾਂ ਡਰੋਨ ਦੇ ਜ਼ਰੀਏ ਹਥਿਆਰ ਆ ਗਏ ਤਾਂ ਫਿਰ ਉਂਗਲ ਤਾਂ ਉੱਠੇਗੀ BSF ਦੇ ਉੱਤੇ? ਜੈਬੰਸ ਜੀ ਮੈਨੂੰ ਕਹਿ ਰਹੇ ਹੋ? ਜੀ ਜੀ ਸਰ ਪਲੀਜ਼। ਦੇਖੋ ਏਦਾਂ ਗੌਰਵ ਜੀ, ਦੇਖੋ 50 ਕਿਲੋਮੀਟਰ ਦਾ ਏਦਾਂ ਹੁੰਦਾ ਹੈ ਕਿ ਫਾਸਟ ਮੂਵਿੰਗ ਵਾਹੀਕਲਸ ਹੁੰਦੀਆਂ ਨੇ ਤੇ ਡਰੋਨਸ ਜਿਹੜੇ ਆ ਉਹ 15-20 ਕਿਲੋਮੀਟਰ ਅੰਦਰ ਵੀ ਆ ਜਾਂਦੀ ਹੈ। ਇਸ ਵਾਸਤੇ ਉਸ ਏਰੀਆ ਨੂੰ ਇਹ ਥ੍ਰੈਟ ਪਰਸੈਪਸ਼ਨ ਜਿਹੜੀ ਹੁੰਦੀ ਹੈ ਇਹ ਬਣਾਈ ਹੋਈ ਹੈ, ਵੱਡੇ ਭਾਰੀ ਐਕਸਪਰਟਸ ਨੇ, ਬੜੇ ਵੱਡੇ ਸਟ੍ਰੈਟੇਜਿਕ ਐਨਾਲਿਸਟ ਨੇ ਬਣਾਈ ਹੈ ਕਿ 50 ਕਿਲੋਮੀਟਰ ਇਜ਼ ਰਿਕੁਆਇਰਡ ਬਿਕੋਜ਼ ਆਫ ਟੈਕਨੋਲੋਜੀ ਦੀ ਐਡਵਾਂਸਮੈਂਟ ਦੇ ਕਾਰਨ ਐਡੀ ਜਗ੍ਹਾ ਚਾਹੀਦੀ ਹੁੰਦੀ ਹੈ ਆਪਣੀ ਫਰੰਟ ਲਾਈਨ ਨੂੰ ਆਪਰੇਟ ਕਰਨ ਵਾਸਤੇ। ਪਰ ਜਦੋਂ ਹੌਟ ਪਰਸੂਟ ਦੀ ਗੱਲ ਆ ਜਾਂਦੀ ਹੈ ਨਾ, ਜਦੋਂ ਇੱਕ ਵਾਰ ਪਤਾ ਲੱਗ ਜਾਏ ਕਿ ਡਰੋਨ ਲੈਂਡ ਕਰ ਗਈ ਹੈ, ਦੇਖੋ ਸਭ ਕੁਝ ਪਤਾ ਲੱਗ ਜਾਂਦਾ ਹੈ। ਇੱਕ ਵਾਰ ਡਰੋਨ ਅੰਦਰ ਆਦੀ ਹੈ, ਉਹਨੂੰ ਜਾਂ ਤੇ ਤੁਸੀਂ ਵਾਪਸ ਭੇਜ ਦਿੰਦੇ ਹੋ ਜਾਂ ਉਹ ਲੈਂਡ ਕਰ ਜਾਂਦੀ ਹੈ। ਟੈਕਨੋਲੋਜੀ ਤੁਹਾਨੂੰ ਦੱਸ ਦਿੰਦੀ ਹੈ ਕਿ ਜਨਰਲ ਏਰੀਆ ਕਿੱਥੇ ਹੈਗੀ ਹੈ। ਉਹਦੇ ਵਿੱਚ ਹੌਟ ਪਰਸੂਟ ਜਿਹੜੀ ਹੈ ਉਹ ਇਨੀਸ਼ੀਅਲ ਹੌਟ ਪਰਸੂਟ BSF ਕਰਦੀ ਹੈ, ਉਹਦੇ ਬਾਅਦ ਪੰਜਾਬ ਪੁਲਿਸ ਦਾ ਰੋਲ ਆ ਜਾਂਦਾ ਹੈ ਤੇ ਉਹਦੇ ਵਾਸਤੇ ਇਹਨਾਂ ਦੀ ਤਾਲਮੇਲ ਜਾਂ ਦੋਨੋਂ ਇਕੱਠੇ ਕਰਦੇ ਨੇ ਉਹਨੂੰ ਉੱਥੇ ਹੀ ਲਪੇਟਣ ਵਾਸਤੇ। ਇਹ ਜਿਹੜੀਆਂ ਚੀਜ਼ਾਂ ਨੇ ਇਹ J&K ਦੇ ਵਿੱਚ ਬਹੁਤ ਫਾਈਨ ਟਿਊਨਡ ਨੇ, ਪਰ ਪੰਜਾਬ ਦੇ ਵਿੱਚ ਮੇਰੇ ਹਿਸਾਬ ਦੇ ਨਾਲ ਇਹਨਾਂ ਨੂੰ ਕੰਮ ਕਰਨਾ ਚਾਹੀਦਾ ਹੈ। ਤੇ ਅੱਛਾ ਇਹੋ ਹੀ ਰਹੇਗਾ ਕਿ ਆਮ ਆਦਮੀ ਪਾਰਟੀ ਦਾ ਹੋਮ ਮਿਨਿਸਟਰ ਜਾ ਕੇ ਅਮਿਤ ਸ਼ਾਹ ਜੀ ਨੂੰ ਮਿਲੇ ਤੇ BSF ਤੇ ਉਹਨਾਂ ਦੀ ਸਾਰਿਆਂ ਦੀ ਇੱਕ ਦੂਸਰੇ ਦਾ ਕੋਆਰਡੀਨੇਸ਼ਨ ਕਰਕੇ ਮਲਟੀ ਏਜੰਸੀ ਸੈਂਟਰ ਬਣਾਉਣ, ਕਿਉਂਕਿ ਇੱਥੇ ਥ੍ਰੈਟ ਜਿਹੜੀ ਹੈ ਵੱਧਦੀ ਜਾ ਰਹੀ ਹੈ, ਉਹਨੂੰ ਸਾਨੂੰ ਡੀਲ ਕਰਨਾ, ਇਕੱਠੇ ਡੀਲ ਕਰਨਾ ਹੈ। ਠੀਕ ਹੈ ਮਲਹੋਤਰਾ ਜੀ, ਦੇਖੋ ਇੱਕ ਹੋਰ ਚੀਜ਼ ਮੈਂ ਜ਼ਰੂਰ ਤੁਹਾਡੇ ਤੋਂ ਸਮਝਣੀ ਚਾਹੁੰਦਾ ਕਿ ਜਦੋਂ 50 ਕਿਲੋਮੀਟਰ ਦਾ ਏਰੀਆ ਕੀਤਾ ਗਿਆ BSF ਦਾ, ਉਸ ਸਮੇਂ ਵੀ ਆਪਾਂ ਬਹੁਤ ਸਾਰੀਆਂ ਡਿਬੇਟਸ ਕੀਤੀਆਂ ਨੇ, ਤਾਂ ਉਸ ਸਮੇਂ ਬੜਾ ਜ਼ਬਰਦਸਤ ਵਿਰੋਧ ਸੀ, ਆਮ ਆਦਮੀ ਪਾਰਟੀ ਵੀ ਉਸ ਦਾ ਵਿਰੋਧ ਕਰ ਰਹੀ ਸੀ ਤੇ ਅੱਜ ਉਸੇ BSF ਨੂੰ ਦੱਸਿਆ ਜਾ ਰਿਹਾ ਕਿ ਤੁਸੀਂ 50 ਕਿਲੋਮੀਟਰੋਂ ਪੂਰਾ ਇਲਾਕਾ ਤੁਹਾਡੀ ਜ਼ਿੰਮੇਵਾਰੀ ਬਣਦੀ ਹੈ। ਤੁਹਾਨੂੰ ਕਿਵੇਂ ਲੱਗਦਾ, ਕਿਉਂਕਿ ਪੰਜਾਬ ਪੁਲਿਸ ਵੀ ਕਿਤੇ ਨਾ ਕਿਤੇ ਪੂਰੀ ਰਿਸਪੌਂਸਿਬਲ ਤਾਂ ਹੈ ਨਾ ਉਸ ਪੂਰੇ ਇਲਾਕੇ ਦੇ ਵਿੱਚ, ਜੇਕਰ ਕੋਈ ਵੀ ਮੂਵਮੈਂਟ ਹੋ ਰਹੀ ਹੈ, ਕੋਈ ਡਰੋਨ ਦੀ ਜਾਂ ਫਿਰ ਕੋਈ ਹਥਿਆਰਾਂ ਦੀ ਜਾਂ ਫਿਰ ਨਸ਼ੇ ਦੀ? ਦੇਖੋ ਗੌਰਵ ਜੀ, ਪੰਜਾਬ ਪੁਲਿਸ ਰਿਸਪੌਂਸਿਬਲ ਤਾਂ ਹੈਗੀ ਹੈ, ਪਰ ਜਿਹੜਾ ਕੋਰ ਜ਼ਿੰਮੇਵਾਰੀ ਫਿਰ ਮੈਂ ਇੱਥੇ ਕਹਾਂਗਾ ਵਿਦ ਇਕਵਿਪਮੈਂਟ, ਮੈਨ ਪਾਵਰ ਐਂਡ ਟ੍ਰੇਨਿੰਗ ਐਂਡ ਬੇਸਿਕਲੀ ਆਬਜੈਕਟਿਵ ਜਿਹੜਾ ਹੈਗਾ ਉਹ BSF ਦਾ ਹੀ ਬਣਦਾ ਹੈਗਾ। ਠੀਕ ਹੈ, ਪੰਜਾਬ ਪੁਲਿਸ ਦੀ ਜ਼ਿੰਮੇਵਾਰੀ ਹੈ, ਉਹ ਗਰਾਊਂਡ ਲੈਵਲ ਤੇ ਹੈਗੀ ਹੈ। ਬਾਰਡਰ ਨੂੰ ਸੀਲ ਕਰਨ ਦੀ ਜ਼ਿੰਮੇਵਾਰੀ BSF ਦੀ ਹੀ ਹੈ ਔਰ ਉਹ ਹੀ ਰਹੇਗੀ। ਸੋ ਪੰਜਾਬ ਪੁਲਿਸ ਜਿਹੜੀ ਹੈ ਉਹ ਗਰਾਊਂਡ ਲੈਵਲ ਤੇ ਉਹਨਾਂ ਨਾਲ ਕੋਆਪਰੇਟ ਕਰਦੀ ਹੈ ਔਰ ਕਰਦੀ ਰਹੇਗੀ। ਪਰ ਜਿਹੜਾ ਬਾਰਡਰ ਕ੍ਰਾਸਿੰਗ ਦੇ ਆਪਾਂ ਜੇ ਕਿਸੇ ਤੇ ਪਿਨ ਪੁਆਇੰਟ ਕਰਨਾ ਹੈ ਬਲੇਮ ਜਾਂ ਕਿਸੇ ਦੀ ਜ਼ਿੰਮੇਵਾਰੀ ਠਹਿਰਾਣੀ ਹੈ ਤਾਂ ਬਾਰਡਰ ਸਿਕਿਉਰਿਟੀ ਫੋਰਸ, ਜਨਾਬ ਉਹਦਾ ਤਾਂ ਨਾਮ ਹੀ ਇਹ ਹੈਗਾ, ਬਾਰਡਰ ਦੀ ਸਿਕਿਉਰਿਟੀ ਕਰਨੀ ਹੈ ਉਹਨਾਂ ਨੇ। ਸੋ ਪਹਿਲੀ ਜ਼ਿੰਮੇਵਾਰੀ ਜਿਹੜੀ ਆ ਉਹ ਬਾਰਡਰ ਸਿਕਿਉਰਿਟੀ ਫੋਰਸ ਦੀ ਹੀ ਬਣੇਗੀ ਹਮੇਸ਼ਾ। ਔਰ ਮੈਂ ਮਾਫੀ ਚਾਹਨਾ ਜੈਬਾਨ ਜੀ ਤੋਂ, ਉਹ ਜਿਹੜਾ ਇਹ ਇਸ਼ੂ ਨੂੰ ਥੋੜਾ ਡਾਇਲੂਟ ਕਰ ਰਹੇ ਹੈਗੇ। ਕਲੈਕਟਿਵ ਜ਼ਿੰਮੇਵਾਰੀ, ਜਿਵੇਂ ਕਹਿੰਦੇ ਨਾ ਸਾਂਝਾ ਬਾਪ ਨਾ ਪਿੱਟੇ ਕੋਈ, ਜਦੋਂ ਆਪਾਂ ਇਹ ਸਾਰਿਆਂ ਤੇ ਫੈਲਾ ਦੇਾਂਗੇ ਤਾਂ ਫਿਰ ਕਿਸੇ ਤੋਂ ਵੀ ਨਹੀਂ ਹੋਣਾ। ਸੋ ਕੋਰ ਜ਼ਿੰਮੇਵਾਰੀ ਤਾਂ ਆਪਾਂ ਨੂੰ ਫਿਕਸ ਕਰਨੀ ਪਏਗੀ। ਸੋ ਜੋ BSF ਦੀ ਜ਼ਿੰਮੇਵਾਰੀ ਹੈ ਉਹਨੂੰ ਨਿਭਾਉਣੀ ਚਾਹੀਦੀ ਹੈ, ਜੋ ਪੰਜਾਬ ਪੁਲਿਸ ਦੀ ਗਰਾਊਂਡ ਤੇ ਜ਼ਿੰਮੇਵਾਰੀ ਹੈ ਉਹਨੂੰ ਨਿਭਾਉਣੀ ਚਾਹੀਦੀ ਹੈ, ਜੋ ਇੰਟੈਲੀਜੈਂਸ ਏਜੰਸੀਜ਼ ਦੀ ਜ਼ਿੰਮੇਵਾਰੀ ਹੈ ਉਹਨਾਂ ਨੂੰ ਨਿਭਾਉਣੀ ਚਾਹੀਦੀ ਹੈ, ਔਰ ਜਿਹੜੀ ਟੈਲੀਕਾਮ ਸੈਕਟਰ ਦੀ ਜਿਹੜੀ ਇੰਟਰਨੈਸ਼ਨਲ ਕਾਲਸ ਨੂੰ ਇੰਟਰਸੈਪਟ ਕਰਨ ਦੀ ਜਿਹੜੀਆਂ ਏਜੰਸੀਜ਼ ਨੂੰ ਜ਼ਿੰਮੇਵਾਰੀ ਹੈਗੀ ਆ ਉਹਨਾਂ ਨੂੰ ਨਿਭਾਉਣੀ ਚਾਹੀਦੀ ਹੈ। ਠੀਕ ਹੈ, ਮੈਂ ਅਗਲੇ ਸਵਾਲ ਤੇ ਜਾਊਂਗਾ, ਪਰ ਮੈਂ ਜਾਣਨਾ ਚਾਹੁੰਦਾ ਕਿ ਤੁਹਾਨੂੰ ਲੱਗਦਾ, ਕਿਉਂਕਿ ਹਰਜੋਤ ਬੈਂਸ ਮਲਹੋਤਰਾ ਜੀ, ਹਰਜੋਤ ਬੈਂਸ ਕਹਿੰਦੇ ਨੇ ਕਿ ਫੇਲੀਅਰ ਹੈ BSF ਦਾ, ਪਰ ਜੇਕਰ ਉਹ 50 ਕਿਲੋਮੀਟਰ ਦੇ ਏਰੀਏ ਤੋਂ ਬਾਹਰ ਆ ਗਏ ਹਥਿਆਰ ਔਰ ਉਹ ਹਥਿਆਰ ਸਣੇ ਜਿਹੜੇ ਮੁਲਜ਼ਮ ਨੇ ਉਹ ਪਹੁੰਚ ਗਏ ਹਰਿਆਣਾ ਦੇ ਵਿੱਚ ਜਾਂ ਮੋਹਾਲੀ ਤੱਕ ਪਹੁੰਚ ਗਏ, ਤਾਂ ਫਿਰ ਪੰਜਾਬ ਪੁਲਿਸ ਨੂੰ ਸਵਾਲਾਂ ਦੇ ਕਟਹਿਰੇ 'ਚ ਨਾ ਖੜਾ ਕੀਤਾ ਜਾਵੇ? ਨਹੀਂ, ਮੈਂ ਇਹ ਨਹੀਂ ਕਹਿੰਦਾ ਕਿ ਪੰਜਾਬ ਪੁਲਿਸ ਤੇ ਸਵਾਲ ਨਾ ਖੜੇ ਕੀਤੇ ਜਾਣ, ਪਰ ਤੁਸੀਂ ਇਹ ਦੇਖੋ ਕਿ ਜਦੋਂ ਬਾਰਡਰ ਦੀ ਸਿਕਿਉਰਿਟੀ ਤੇ ਕੋਈ ਫੋਰਸ ਖੜੀ ਹੈ ਤਾਂ ਉਹਨਾਂ ਦਾ ਪੂਰਾ ਧਿਆਨ ਜਿਹੜਾ ਉਹ ਬਾਰਡਰ ਦੇ ਵੱਲ ਹੈਗਾ।
ਔਰ 50 ਕਿਲੋਮੀਟਰ ਦੀ ਬੈਲਟ ਜਦੋਂ ਕ੍ਰਾਸ ਕਰਕੇ ਕੋਈ ਚੀਜ਼ ਅੰਦਰ ਆ ਜਾਂਦੀ ਹੈ ਤਾਂ ਪੰਜਾਬ ਪੁਲਿਸ ਲਈ ਇੱਕ ਸਿੱਧੇ ਤਰੀਕੇ ਨਾਲ ਉਸ ਨੂੰ ਦੇਖਣਾ, ਉਹਨੂੰ ਇੰਟਰਸੈਪਟ ਕਰਨਾ, ਉਹਨੂੰ ਰੋਕਣਾ ਬੜਾ ਮੁਸ਼ਕਿਲ ਹੋ ਜਾਂਦਾ ਹੈ। ਫਿਰ ਤਾਂ ਸੋਰਸਿਸ ਦੇ ਥਰੂ ਹੀ ਕੁਝ ਉਹਨਾਂ ਨੂੰ ਪਤਾ ਚੱਲੇ ਤਾਂ ਪਤਾ ਚੱਲੇ, ਨਹੀਂ ਤਾਂ ਜਿਹੜਾ ਇੱਕ ਫਿਜ਼ੀਕਲ ਸਾਈਟ ਦੇ ਥਰੂ, ਕਿਉਂਕਿ ਜਦੋਂ ਬਾਰਡਰ ਦੇ ਥਰੂ ਕੋਈ ਚੀਜ਼ ਆਏਗੀ ਤਾਂ ਨਜ਼ਰ ਆਉਂਦੀ ਹੈ ਉਹ ਚੀਜ਼, ਜਾਂ ਉੱਪਰੋਂ ਬਾਈ 에ਅਰ ਆਏਗੀ ਤਾਂ ਨਜ਼ਰ ਆਉਂਦੀ ਹੈ ਉਹ ਚੀਜ਼, ਪਰ ਜਦੋਂ ਇੱਕ ਵਾਰੀ ਉਹ ਲੈਂਡ ਕਰ ਗਈ, ਕਿਸੇ ਦੇ ਹੱਥ ਵਿੱਚ ਪੈ ਗਈ, ਕਿਸੇ ਦੀ ਗੱਡੀ 'ਚ ਰੱਖ ਦਿੱਤੀ ਗਈ, ਕਿਸੇ ਬਾਕਸ ਵਿੱਚ ਰੱਖ ਦਿੱਤੀ ਗਈ, ਉਦੋਂ ਪੰਜਾਬ ਪੁਲਿਸ ਲਈ ਉਹਨੂੰ ਰੋਕਣਾ ਜਾਂ ਉਹਨੂੰ ਲੱਭਣਾ ਜਿਹੜਾ ਬਹੁਤ ਮੁਸ਼ਕਿਲ ਹੋ ਜਾਂਦਾ ਹੈ। ਸੋ ਜੇ ਸਭ ਤੋਂ ਅਸਰਦਾਰ ਆਪਾਂ ਸਟੈਪ ਅਗਰ ਲੈ ਸਕਦੇ ਹਾਂ ਤਾਂ ਉਹ ਬਾਰਡਰ ਤੇ ਹੀ ਲੈ ਸਕਦੇ ਹਾਂ। ਜੈਬੰਸ ਜੀ ਦੇਖੋ, ਮੈਂ ਸਵਾਲ ਕਰ ਰਹਾ ਉਸ ਤੋਂ ਪਹਿਲਾਂ ਉਹ ਕਹਿ ਰਹੇ ਨੇ ਕਿ ਤੁਸੀਂ ਇਸ਼ੂ ਨੂੰ ਡਾਇਲੂਟ ਕਰ ਰਹੇ ਹੋ, ਪਰ ਲੋਕ ਵੀ ਜਾਣਨਾ ਚਾਹੁੰਦੇ ਨੇ ਕਿ ਜੇ ਬਾਰਡਰ ਦੇ ਉੱਤੇ ਡਰੋਨ ਉੱਡ ਰਿਹਾ ਹੈ ਤਾਂ ਫਿਰ ਉਹ ਜ਼ਿੰਮੇਵਾਰੀ ਹੈ ਕਿਸ ਦੀ ਵਾਕਈ, ਕਿ BSF ਨੂੰ ਨਾ ਸਵਾਲ ਕੀਤਾ ਜਾਵੇ ਕਿ ਦੇਖੋ ਡਰੋਨ ਉੱਡ ਰਿਹਾ ਹੈ ਤੇ ਇਸ ਦੇ ਜ਼ਰੀਏ ਨਸ਼ਾ ਜਾਂ ਹਥਿਆਰ ਆਇਆ ਤੇ ਅਸੀਂ ਤੁਹਾਨੂੰ ਸਵਾਲ ਕਰ ਰਹੇ ਹਾਂ। ਹਾਂ ਗੌਰਵ ਜੀ ਦੇਖੋ, ਅਸੀਂ ਦੋਵੇਂ ਫੌਜੀ ਇੱਥੇ ਬੈਠੇ ਹੋਏ ਆ, ਪਰ ਸਾਡੀ ਡਿਬੇਟ ਕਰਨ ਦੇ ਤਰੀਕੇ ਦੇ ਵਿੱਚ ਥੋੜਾ ਜਿਹਾ ਫਰਕ ਹੈ। ਅਗਰ ਤੁਸੀਂ ਦੇਖੋਗੇ ਉਦੋਂ ਤੋਂ ਲੈ ਕੇ ਹੁਣ ਤੱਕ ਮੈਂ ਇੱਕ ਵਾਰ ਵੀ ਇਹ ਨਹੀਂ ਕਿਹਾ ਕਿ ਪੰਜਾਬ ਪੁਲਿਸ ਆਪਣਾ ਕੰਮ ਨਹੀਂ ਕਰ ਰਹੀ ਹੈ। ਸਾਨੂੰ ਆਪਣੀਆਂ ਸਿਕਿਉਰਿਟੀਜ਼ ਦੇ ਉੱਤੇ ਕੌਨਫੀਡੈਂਸ ਹੋਣੀ ਚਾਹੀਦੀ ਹੈ। ਮੈਨੂੰ ਪੰਜਾਬ ਪੁਲਿਸ ਦੇ ਉੱਤੇ ਪੂਰੀ ਕੌਨਫੀਡੈਂਸ ਹੈ। ਪਤਾ ਨਹੀਂ ਮਲਹੋਤਰਾ ਸਾਹਿਬ ਏਡੇ ਡਿਫੈਂਸਿਵ ਹੋ ਕੇ ਪੰਜਾਬ ਪੁਲਿਸ ਨੂੰ ਇਸ ਤਰੀਕੇ ਦੇ ਨਾਲ ਡਿਫੈਂਡ ਕਰਨ ਦੀ ਕੀ ਕੋਸ਼ਿਸ਼ ਕਰ ਰਹੇ ਨੇ ਤੇ ਉਹਨੂੰ ਡਿਫੈਂਡ ਕਰਨ ਦੇ ਟਾਈਮ BSF ਨੂੰ ਥੱਲੇ ਕਰ ਰਹੇ ਨੇ। ਇਹ ਗੱਲਾਂ ਠੀਕ ਨਹੀਂ ਹੁੰਦੀਆਂ ਨੇ। ਮੈਂ ਹਜੇ ਵੀ ਇਹ ਕਹਿਣਾ ਕਿ ਇਹ ਕਲੈਕਟਿਵ ਰਿਸਪੌਂਸਿਬਿਲਟੀ ਹੁੰਦੀ ਹੈ, ਜਿਹਦੇ ਚ ਇੱਕ ਲੈਵਲ ਦੇ ਉੱਤੇ ਇੱਕ ਦੀ ਹੁੰਦੀ ਹੈ, ਦੂਸਰੇ ਲੈਵਲ ਦੇ ਉੱਤੇ ਦੂਸਰੇ ਦੀ ਹੁੰਦੀ ਹੈ। ਮੈਂ ਇੱਕ ਜਾਣਿਆ ਮਾਨਾ ਇੰਟਰਨੈਸ਼ਨਲ ਸਿਕਿਉਰਿਟੀ ਐਨਾਲਿਸਟ ਹਾਂ, ਕਾਊਂਟਰ ਇੰਸਰਜੈਂਸੀ ਕਾਊਂਟਰ ਟੈਰਰਿਸਟ ਐਕਸਪਰਟ ਹਾਂ ਜੀ। ਮਲਹੋਤਰਾ ਸਾਹਿਬ ਨੇ ਵੀ ਪੂਰੀ ਨੌਕਰੀ ਕੀਤੀ ਹੈ ਇਹਨਾਂ ਚੀਜ਼ਾਂ ਦੇ ਵਿੱਚ, ਉਹ ਵੀ ਮੇਰੇ ਜਿੰਨੇ ਹੀ ਐਕਸਪਰਟ ਨੇ। ਤੇ ਮੈਂ ਤੇ ਇਹ ਕਹਾਂਗਾ ਕਿ ਸਾਨੂੰ ਆਪਣੀ ਕਿਸੇ ਵੀ ਸਿਕਿਉਰਿਟੀ ਏਜੰਸੀ ਨੂੰ ਥੱਲੇ ਦਿਖਾਉਣ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ ਪੋਲਿਟਿਕਸ ਦੇ ਵਿੱਚ। ਜਿਹੜਾ ਪੁਆਇੰਟ ਹੈ ਉਹ ਕਰਨਾ ਹੈ। ਹਾਂ, ਉਹ ਦੂਸਰਾ ਇਹਨਾਂ ਨੇ ਕਿਹਾ ਕਿ ਇਕਵਿਪਮੈਂਟ ਮੈਨ ਪਾਵਰ ਟ੍ਰੇਨਿੰਗ। ਹੁਣ ਪਿਛਲੀ ਵਾਰੀ ਜਦੋਂ ਮੈਂ ਤੁਹਾਡੇ ਇੱਥੇ ਆਇਆ ਸੀਗਾ ਤੇ ਮੈਂ ਹੀ ਇਹ ਰੇਜ਼ ਕੀਤਾ ਸੀਗਾ ਪੁਆਇੰਟ ਕਿ ਸਿਕਿਉਰਿਟੀ ਲੋਕਾਂ ਦੀ ਬਚਾਉਣ ਤੋਂ ਜ਼ਿਆਦਾ ਚੰਗਾ ਹੈ ਕਿ ਆਮ ਆਦਮੀ ਪਾਰਟੀ ਨੂੰ ਆਪਣੀ ਪੁਲਿਸ ਫੋਰਸ ਦੀ ਇਕਵਿਪਮੈਂਟ ਟ੍ਰੇਨਿੰਗ ਤੇ ਮੈਨ ਪਾਵਰ ਨੂੰ ਵਧਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਉਹਦੇ ਚ ਕਈ ਹਜ਼ਾਰ ਲੋਕ ਜਿਹੜੇ ਰਿਟਾਇਰ ਹੋ ਗਏ ਨੇ ਪੰਜਾਬ ਪੁਲਿਸ ਦੇ ਵਿੱਚ, ਉਹ ਵੈਕੈਂਸੀਆਂ ਪਿਛਲੀਆਂ ਗਵਰਨਮੈਂਟਸ ਨੇ ਭਰੀਆਂ ਨਹੀਂ ਨੇ। ਤੇ ਚਲੋ ਪਿਛਲੀਆਂ ਗਵਰਨਮੈਂਟਸ ਨੇ ਨਹੀਂ ਭਰੀਆਂ, ਉਹਨਾਂ ਕੋਲ ਪੈਸੇ ਨਹੀਂ ਸੀਗੇ, ਤੇ ਅਗਰ ਇਹ ਬਿਜਲੀ ਪਾਣੀ ਦੀ ਸਬਸਿਡੀ ਘੱਟ ਕਰ ਦੇਣ ਜਾਂ ਉਹਦੇ ਉੱਤੇ ਗੱਲਾਂ ਘੱਟ ਕਰ ਦੇਣ ਤੇ ਉਹ ਆਪਣੀ ਪੰਜਾਬ ਪੁਲਿਸ ਦੀ ਰਿਕਰੂਟਮੈਂਟ ਜ਼ਿਆਦਾ ਕਰ ਦੇਣ ਤੇ ਸ਼ਾਇਦ ਇਹ ਪੰਜਾਬ ਦਾ ਜ਼ਿਆਦਾ ਭਲਾ ਕਰਨਗੇ ਰਾਦਰ ਦੈਨ ਗਿਵਿੰਗ ਦ ਫ੍ਰੀਬੀਜ਼ ਦੈਟ ਦੇ ਹੈਵ ਪ੍ਰੋਮਿਸਡ। ਪਰ ਇਹਨਾਂ ਦਾ ਜਿਹੜਾ ਪੂਰਾ ਇਹਨਾਂ ਦਾ ਜੋ ਥਰਸਟ ਹੈਗਾ ਉਹ ਫ੍ਰੀਬੀਜ਼ ਦੇ ਉੱਤੇ ਹੀ ਹੈ ਕਿ ਅਸੀਂ ਕਿਸੇ ਤਰ੍ਹਾਂ ਪੈਸੇ ਬਚਾ ਕੇ ਜਾਂ ਸੈਂਟਰ ਕੋਲੋਂ ਪੈਸੇ ਲੈ ਕੇ ਫ੍ਰੀਬੀਜ਼ ਦੇ ਦਈਏ। ਸੋ ਮੈਂ ਫਿਰ ਜੋ ਇਹ ਕਹਾਂਗਾ, ਮੈਂ ਇਹਨਾਂ ਦੀ ਗੱਲ ਮੰਨਣਾ, ਇਕਵਿਪਮੈਂਟ ਮੈਨ ਪਾਵਰ ਐਂਡ ਟ੍ਰੇਨਿੰਗ ਪੰਜਾਬ ਪੁਲਿਸ ਨੂੰ ਬਹੁਤ ਜ਼ਰੂਰੀ ਹੈ ਅੰਡਰ ਦ ਸਰਕਮਸਟੈਂਸਿਸ। ਇਹਨਾਂ ਨੂੰ ਸੈਂਟਰ ਕੋਲੋਂ ਹੈਲਪ ਲੈ ਕੇ ਤੇ ਆਪਣੀ ਪੰਜਾਬ ਪੁਲਿਸ ਨੂੰ ਸਟਰੈਂਥਨ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਜੀ 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 ਸਰ, ਮੈਂ ਤੁਹਾਡੇ ਕੋਲ ਵਾਪਸ ਆਉਣਾ ਹੈ। ਇਸ ਵਿਚਾਲੇ ਸਾਡੇ ਨਾਲ HDIG BSF ਜੁੜੇ ਨੇ RK ਭਾਰਗਵ ਜੀ। ਸਰ ਬਹੁਤ ਬਹੁਤ ਸਵਾਗਤ ਹੈ ਨਿਊਜ਼ 18 ਦੇ ਉੱਤੇ ਤੁਹਾਡਾ। आई होप भार्गव जी मेरी आवाज तक पहुंच रही होगी। हाँ जी, आवाज आपकी आ रही है, धन्यवाद जी। सर देखिए, चर्चा इसी मुद्दे पर हो रही है कि जो पंजाब के बॉर्डर के ऊपर, जो इंटरनेशनल बॉर्डर के ऊपर लगातार ड्रोन दिख रहे हैं। मैं सीधा आपसे सवाल, बहुत लेट थोड़ा सा आप चर्चा में शामिल हुए, लेकिन बहुत सीधा सवाल जानना चाहूंगा कि कोर रिस्पॉन्सिबिलिटी क्या BSF की समझी जाए अगर पाकिस्तान की तरफ से ड्रोन के जरिए हथियार और नशा पंजाब या हिंदुस्तान में आ रहा है? देखिए, पहली चीज तो ड्रोन की जो टेक्नोलॉजी है या जो ड्रोन का इस्तेमाल है, ये अभी एक लेटेस्ट फिनोमेना है जी। और उस चीज को समझने के लिए, उस पर काउंटर एक्शन लेने के लिए थोड़ा टाइम लगता है। मैं ये नहीं कह सकता कि उसमें पंजाब पुलिस की कितनी रिस्पॉन्सिबिलिटी है। हाँ, लेकिन BSF का होने के नाते मुझे ये पता है कि BSF को क्या करना चाहिए, या मैं अगर उस जगह पर होता तो मैं क्या करता। सीधी बात यह है कि हमारे जवानों को उसके बारे में पता होना चाहिए कि ड्रोन किस तरह से आता है, किस तरह के टैक्टिक्स को इस्तेमाल करता है और किस तरह से उस ड्रोन को नष्ट किया जाए, या उसके द्वारा जो भी हथियार या नशे वाली चीजें पंजाब के इलाके में गिराई जाती हैं उसको रोका जा सके। और एक चीज और भी है जो मैं बताता हूँ। देखिए, ये चीज ऐसी है जिसे हिंदुस्तान ही नहीं, दुनिया के किसी भी देश में 100% आज तक रोका नहीं गया है। देखिए, आसमान पूरा खुला होता है, उसके अंदर एक छोटी सी चीज आती है, आपके यहाँ हथियार या नशीले पदार्थ डाल के चली जाती है, आप क्या समझते हैं उसको आप 100% उसको रोक सकते हैं? आसमान में क्या आप जाल लगा सकते हैं कि वहां से कोई भी ड्रोन अंदर की तरफ नहीं आए? इसलिए ये कहना कि हाँ लापरवाही है किसी की,
ये संभव नहीं है। बल्कि मैं ये कहूंगा कि ये तो पाकिस्तान की उसकी अपनी जालसाजी है कि वो किस तरह से इसको भेजता है, किस तरह से हथियार यहाँ पर अंदर भेजने की कोशिश करता है। देखिए बीएसएफ लगी थी, जम्मू एंड कश्मीर में आर्मी भी लगी थी, लेकिन उसके बाद भी इन्फिल्ट्रेशन तो हुआ, इन्फिल्ट्रेटर्स आए यहाँ पर, उन्होंने आतंकवाद को फैलाया। तो क्या इसका मतलब ये है कि जो हमारी सिक्योरिटी फोर्सेज हैं, चाहे आर्मी हो या बीएसएफ हो, वो असफल हो गई? नहीं। लेकिन ये होता है कि देखिए 300 जगह पर अगर हम सफल हुए हैं, सक्सेसफुल हुए हैं, और एक जगह पर कहीं किसी वजह से हम उसको चेज नहीं कर पाए, तो मीडिया में, प्रेस में और सब जगह ये हो जाता है कि देखिए वो लापरवाही हो गई और वहां से सामान आ गया, हथियार आ गया, मिलिटेंट आ गए, आतंकवादी आ गए। तो इस तरह का ये कहना कि इसमें जिम्मेवारी किसी की है या किसी को जिम्मेवार फिक्स कर देना, वो गलत है। सर, आपने बीएसएफ में बहुत देर सेवाएं दी हैं, लेकिन ये भी जानना चाहूंगा कि अगर मैं पंजाब के एंगल से अगर आप बता पाए कि बीएसएफ और पंजाब पुलिस में तालमेल कितना नजर आया आपको अपने कार्यकाल के दौरान? देखिए जब मैं था पंजाब में भी मैं करीब 6 साल से ऊपर रहा हूँ जी। मुझे कभी कोई इस तरह की दिक्कत नहीं आई पंजाब पुलिस के साथ में और बीएसएफ के बीच में। हमें कभी कोई दिक्कत नहीं आई, हम अपना काम कर रहे थे, वो अपना काम कर रहे थे। बॉर्डर के ऊपर बहुत सी चीजें ऐसी होती हैं जो पुलिस के हाथ में होती हैं, जो बीएसएफ के हाथ में नहीं होती है। लेकिन कुछ चीजें ऐसी हैं जिसमें सीधे बीएसएफ एक्शन लेता है। बॉर्डर की फेंसिंग के दूसरी तरफ का काम है वो पूरा तरह से बीएसएफ का है जी। उस तरफ पुलिस वाले नहीं जाते हैं, इलाका उनका भी होता है, उनको भी जाना पड़ता है। अगर कोई इंसिडेंट हो जाती है, किसी मिलिटेंट को बीएसएफ मार देती है, तो उसकी आगे की कार्रवाई के लिए उस पुलिस को बुलाया जाता है, पुलिस अपना काम करती है जी। लेकिन मैंने ये कभी फील नहीं किया कि बीएसएफ और पंजाब पुलिस के बीच में कोई टसल है या कोई उनके टफ पार है, मुझे ऐसा कभी नहीं लगा। सर एक और चीज जाननी चाहता हूं, क्योंकि पंजाब के बॉर्डर पर ज्यादातर इलाकों में फेंसिंग हो रखी है, आप ज्यादा जानते हैं इन चीजों के बारे में। तो 550 किलोमीटर का पूरा इलाका, अगर मैं पंजाब के ही बॉर्डर का जिक्र करूं, तो क्या प्रैक्टिकल पॉसिबल है कि आप इन पूरे इलाकों में पेट्रोलिंग रखें और कोई अगर ड्रोन आ रहा है तो उसको रोका जा सके और हर ड्रोन को रोक लिया जाए? देखिए फेंसिंग है, जिस समय फेंसिंग नहीं थी उस समय ड्रोन नहीं थे, तो इसलिए ये देखा गया कि किस तरह से जो उधर से नशीले पदार्थ आते हैं या मिलिटेंट आते हैं, इन्फिल्ट्रेटर्स आते हैं, उनको किस तरह रोका जाए। तो एक आइडिया आया कि यहाँ पर फेंसिंग लगाई जाए, उसके पीछे बीएसएफ हो जो रेगुलर पेट्रोलिंग करे, ताकि उधर से कोई अगर आता है तो उसको पकड़ा जा सके या उसको खत्म किया जा सके जी। बिल्कुल। अब फेंसिंग के बाद में उन्होंने एक नया तरीका निकाला है ड्रोन से सामान को यहाँ गिराने का। अब ड्रोन जो है फेंसिंग के ऊपर से आता है और उसकी हाइट कितनी होती है, किस इलाके में निकल के जाता है, दिन में भी जा सकता है, रात में भी जा सकता है, क्योंकि उसका कंट्रोलर तो वहां पीछे बैठा हुआ है उधर। बिल्कुल। और उस पूरे इलाके को हम 100% नहीं रोक सकते, उसको 100% रोकने की बात भी करना एक तरह से एक गलत संदेश देता है। हाँ ये है, हमारी कोशिश ये होती है, बीएसएफ की कोशिश ये होती है कि उसको जहां तक हो सके ना आने दिया जाए, जहां तक हो सके उसको गिरा दिया जाए, नष्ट कर दिया जाए। और ये सोचना कि हम उसको बिल्कुल रोक देंगे, ये गलत होगा। इससे हमारी जो एफिशिएंसी है उसके बहुत फर्क पड़ेगा। चलिए सर, शुक्रिया, धन्यवाद हमारे साथ जुड़ने के लिए। आपने बहुत तफसील में बताया और उम्मीद है लोगों तक ये बात पहुंची होगी। सरनल आर.के. भार्गव जी जुड़े, साबका डीआईजी ने बीएसएफ दे, ਤੇ ਉਹਨਾਂ ਦੇ ਵੱਲੋਂ ਜੋ ਚੀਜ਼ਾਂ ਦੱਸੀਆਂ ਗਈਆਂ ਨੇ ਬਹੁਤ ਅਹਿਮ ਨੇ, ਕਿਉਂਕਿ ਉਹ ਪੰਜਾਬ ਦੇ ਬਾਰਡਰਸ ਦੇ ਉੱਤੇ 6 ਸਾਲ ਤੱਕ ਰਹੇ ਨੇ ਜਦੋਂ ਬੀਐਸਐਫ ਦੇ ਲਈ ਸੇਵਾਵਾਂ ਦੇ ਰਹੇ ਸਨ। ਸ਼ੁਕਰੀਆ ਸਰ, ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਦੇ ਲਈ, ਇਸ ਪੂਰੀ ਗੱਲਬਾਤ ਦੇ ਲਈ।